ਕਿਰਾ ਵੈਲਕਮ ਬੈਕ ਇੱਕ ਵਾਰ ਫਿਰ ਸਾਰੇ ਹੀ ਮਿੱਤਰ ਪਿਆਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵਿਸ਼ੇਸ਼ ਸਭਾ ਦੇ ਵਿੱਚ ਜਿੱਥੇ ਅਸੀਂ ਜ਼ਿਕਰ ਕਰ ਰਹੇ ਸਾਂ ਕਿ ਇੰਸ਼ੋਰੈਂਸ ਨਾਲ ਸੰਬੰਧਿਤ ਕੋਈ ਵੀ ਇਸ ਮੁਲਕ ਦੇ ਵਿੱਚ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਔਰ ਤਜਰਬੇਕਾਰ ਮਿੱਤਰ ਨੇ ਅਸ਼ਵਨੀ ਸ਼ਰਮਾ ਜੀ ਲੰਮੇ ਸਮੇਂ ਤੋਂ ਭਾਈਚਾਰੇ ਦੀ ਸੇਵਾ 'ਚ ਹਾਜ਼ਰ ਨੇ ਵੱਖ-ਵੱਖ ਜਿਹੜੀਆਂ ਸਰਗਰਮੀਆਂ ਹੁੰਦੀਆਂ ਨੇ ਉੱਥੇ ਵੀ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਤੇ ਅੱਜ ਇੱਕ ਵਾਰ ਫੇਰ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਉਹ ਸਾਰੇ ਪੱਖ ਜਿਨ੍ਹਾਂ ਦੇ ਬਾਰੇ ਅਸੀਂ ਅਕਸਰ ਘਰਾਂ ਦੇ ਵਿੱਚ ਜ਼ਿਕਰ ਵੀ ਨਹੀਂ ਕਰਦੇ ਲੇਕਿਨ ਇੱਕ ਐਕਸਪਰਟ ਐਡਵਾਈਜ਼ਰ ਹੋਣ ਦੇ ਨਾਤੇ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਜਿਹੜੀ ਹੈ ਉਸ ਨੂੰ ਲੈ ਕੇ ਉਹ ਸਾਡੇ ਨਾਲ ਅੰਗ ਸੰਗ ਰਹਿੰਦੇ ਨੇ ਲਓ ਅੱਜ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਚੱਲਦੇ ਹਾਂ ਸ਼ਰਮਾ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਤਿ ਸ੍ਰੀ ਅਕਾਲ ਜੀ ਰੇਡੀਓ ਸਪਾਈਸ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਕਾਰ ਸ਼ਰਮਾ ਜੀ ਕਿੰਨੇ ਸਾਲ ਹੋ ਗਏ ਉਦਾਂ ਤੁਹਾਨੂੰ ਸਾਡੇ ਪਿਆਰਿਆਂ ਦੀ ਸੇਵਾ ਦੇ ਵਿੱਚ ਘੱਟ ਤੋਂ ਘੱਟ 15-20 ਸਾਲ ਤਾਂ ਇਸ ਕਿੱਤੇ 'ਚ ਹੋ ਹੀ ਗਏ ਆ ਅੱਛਾ ਬਾਕੀ ਉਸ ਤੋਂ ਪਹਿਲਾਂ ਤਾਂ ਕਾਫੀ ਦੇਰ ਤੱਕ 25 ਸਾਲ ਤੋਂ ਇੱਥੇ ਹੀ ਹੈਗੇ ਆ ਤੇ ਇੰਨੀ ਸੋਹਣੀ ਇੰਨੀ ਪੋਲੀ ਪੰਜਾਬੀ ਉਦੋਂ ਵੀ ਬੋਲਦੇ ਸੀ ਤੁਸੀਂ ਦੁਆਬੇ ਦੀ ਪੰਜਾਬੀ ਹੈ ਥੋੜਾ ਜਿਹਾ ਫਰਕ ਹੈਗਾ ਬਾਕੀਆਂ ਨਾਲੋਂ ਦੁਆਬੇ ਦੇ ਰਹਿਣ ਵਾਲੇ ਤੇ ਦੁਆਬੇ ਦੀ ਬੋਲੀ ਬੋਲਦੇ ਸ਼ਰਮਾ ਜੀ ਮੈਂ ਦੇਖ ਰਿਹਾ ਕਿ ਤੁਹਾਡਾ ਆਫਿਸ ਭਾਵੇਂ ਸ਼ਹਿਰ ਦੇ ਲਾਗੇ ਆ ਲੇਕਿਨ ਤੁਹਾਡਾ ਦਿਲ ਜਿਹੜਾ ਉਹ ਸਾਡੇ ਪਿੰਡੂਆਂ ਦੇ ਬਹੁਤ ਕਰੀਬ ਆ ਤੇ ਜਿਹੜੇ ਵੀ ਸਾਡੇ ਮਿੱਤਰ ਇੱਧਰ ਰਹਿੰਦੇ ਆ ਜਾਂ ਵੈਸਟ ਵਾਲੇ ਪਾਸੇ ਰਹਿੰਦੇ ਹਰਪ੍ਰੀਤ ਕਾਂਗਣਾ ਵਰਗੇ ਉਹਨਾਂ ਨਾਲ ਤੁਹਾਡੀ ਯਾਰੀ ਜਿਹੜੀ ਆ ਉਹ ਸਮੇਂ ਦੇ ਨਾਲ ਹੋਰ ਪੱਕੀ ਤੇ ਗੂੜੀ ਹੁੰਦੀ ਗਈ ਹਾਂਜੀ ਸ਼ੁਰੂ ਤੋਂ ਹੀ ਆਪਣੇ ਭਾਈਚਾਰੇ ਦੇ ਨਾਲ ਤਾਂ ਰਹੇ ਹੀ ਹੈ ਜੀ ਤੇ ਇਹਨਾਂ ਪੁਰਾਣੇ ਬੰਦਿਆਂ ਨੇ ਪੁਰਾਣੇ ਦੋਸਤਾਂ ਨੇ ਕਾਫੀ ਸਾਥ ਦਿੱਤਾ ਕੀ ਬਾਤ ਆ ਸੈਟਲ ਹੋਣ ਚ ਵੀ ਔਰ ਉਸ ਤੋਂ ਬਾਅਦ ਫੈਮਿਲੀ ਰਿਲੇਸ਼ਨਸ਼ਿਪਸ ਡਿਵੈਲਪ ਕਰਨ ਦੀ ਇਜਾਜ਼ਤ ਵੀ ਦਿਓ ਕਿ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਤੁਸੀਂ ਵੀ ਉਹਨਾਂ ਦਾ ਸਾਥ ਦਿੱਤਾ ਵਾਈਸ ਵਰਸਾ ਹੁੰਦਾ ਹੈ ਨਾ ਆਲਵੇਸ ਟੂ ਵੇ ਟ੍ਰੈਫਿਕ ਹਾਂਜੀ ਅੱਛਾ ਸ਼ਰਮਾ ਜੀ ਜਿਹੜੀ ਪ੍ਰੀ ਐਗਜ਼ਿਸਟਿੰਗ ਇੰਸ਼ੋਰੈਂਸ ਜਾਂ ਪ੍ਰੀ ਐਗਜ਼ਿਸਟਿੰਗ ਜਿਹੜੀ ਹਾਲਾਤ ਨੇ ਸਰਕਮਸਟੈਂਸਸ ਨੇ ਇੱਕ ਤਾਂ ਉਹਨਾਂ ਦੀ ਡੈਫੀਨੇਸ਼ਨ ਜ਼ਰੂਰ ਦੱਸੋ ਸਾਨੂੰ ਕਿ ਉਹ ਜਿਹੜੀ ਸਿਚੁਏਸ਼ਨ ਹੁੰਦੀ ਆ ਉਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ ਤੇ ਇੰਸ਼ੋਰੈਂਸ ਪਾਲਿਸੀ ਲੈਣ ਵੇਲੇ ਟਰੈਵਲ 360 ਜਿਹੜੀ ਆ ਉਹ ਕੀ ਰਿਕਮੈਂਡ ਕਰਦੀ ਆ ਕਿ ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਪਰਮਿੰਦਰ ਜੀ ਤੁਸੀਂ ਬਹੁਤ ਇੱਕ ਇੰਪੋਰਟੈਂਟ ਔਰ ਬਹੁਤ ਅੱਛਾ ਕੁਐਸਚਨ ਪੁੱਛਿਆ ਹੈਗਾ ਜੀ ਜਿਸ ਵੇਲੇ ਵੀ ਕੋਈ ਵੀ ਐਪਲੀਕੇਸ਼ਨ ਕੀਤੀ ਜਾਂਦੀ ਐਡਵਾਈਜ਼ਰ ਦਾ ਫਰਜ਼ ਤਾਂ ਹੈ ਹੀ ਹੈ ਕੁਐਸਚਨ ਪੁੱਛਣ ਦਾ ਬਟ ਨਾਲ ਦੇ ਨਾਲ ਜਿਹੜਾ ਐਪਲੀਕੈਂਟ ਹੈ ਉਹਦਾ ਵੀ ਡਿਊਟੀ ਬਣਦੀ ਹੈ ਕਿ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ ਉਹਨੂੰ ਡਿਸਕਲੋਜ਼ ਕੀਤਾ ਜਾਵੇ ਬਿਲਕੁਲ ਸਹੀ ਕਿਸੇ ਹੱਦ ਤੱਕ ਸਾਡੇ ਲੋਕੀ ਡਰਦੇ ਆ ਜੀ ਕਿ ਉਹ ਐਕਸਕਲੂਡ ਨਾ ਹੋ ਜੇ ਏਦਾਂ ਨਹੀਂ ਹੁੰਦਾ ਹੈਗਾ ਕਿ ਹਰ ਕੇਸ ਦੇ ਵਿੱਚ ਐਕਸਕਲੂਡ ਹੀ ਹੋ ਜਾਂਦੀ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਚੀਜ਼ਾਂ ਅਗਰ ਬਾਰਡਰਲਾਈਨ ਕੇਸ ਹੈ ਜਾਂ ਐਕਸੈਪਟੇਬਿਲਟੀ ਲੈਵਲ ਦੇ ਵਿੱਚ ਆਉਂਦੀ ਹੈ ਤਾਂ ਕਵਰ ਕਰ ਲਿੱਤੀਆਂ ਜਾਂਦੀਆਂ ਬਟ ਅਗਰ ਤੁਸੀਂ ਡਿਸਕਲੋਜ਼ ਨਹੀਂ ਕਰੋਗੇ ਕੱਲ ਨੂੰ ਕਲੇਮ ਦੇ ਟਾਈਮ ਉਹ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਅੱਛਾ ਜੀ ਔਰ ਇਹ ਕਲਾਇੰਟ ਦੀ ਵੀ ਡਿਊਟੀ ਆਫ ਡਿਸਕਲੋਜ਼ਰ ਚਾਹੁੰਦਾ ਹੈਗਾ ਕਿਉਂਕਿ ਇੱਥੇ ਸਾਰਾ ਸਿਸਟਮ ਹੈਗਾ ਜੀਪੀ ਕੋਲ ਤੁਹਾਡਾ ਸਾਰਾ ਰਿਕਾਰਡ ਹੁੰਦਾ ਔਰ ਇੰਸ਼ੋਰੈਂਸ ਕੰਪਨੀ ਲੈ ਸਕਦੀ ਹੈ ਸਾਰੀ ਇਨਫੋਰਮੇਸ਼ਨ ਤੁਹਾਡੇ ਜੀਪੀ ਕੋਲੋਂ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਡਿਸਕਲੋਜ਼ ਕਰ ਦਿਓ ਕਿ ਕੋਈ ਸਰਜਰੀ ਤਾਂ ਨਹੀਂ ਹੋਈ ਜਾਂ ਤੁਸੀਂ ਕੋਈ ਮੈਡੀਸਿਨ ਰੈਗੂਲਰਲੀ ਕੋਈ ਵੀ ਹੋਵੇ ਈਵਨ ਅਸੀਂ ਸਾਡੇ ਕਈ ਵਾਰੀ ਕਹਿ ਦਿੰਦੇ ਕਲਾਇੰਟ ਉਹ ਸਾਨੂੰ ਲਿਖ ਤਾਂ ਦਿੱਤੀ ਪਰ ਮੈਂ ਖਾਂਦਾ ਨਹੀਂ ਇਹ ਕਾਮਨ ਜਵਾਬ ਹੁੰਦਾ ਹੈ ਵਿਚ ਇਜ਼ ਰੋਂਗ ਵਨਸ ਇਟ ਇਜ਼ ਰਿਟਨ ਇੱਕ ਵਾਰੀ ਲਿਖ ਦਿੱਤਾ ਤਾਂ ਮਤਲਬ ਹੈ ਕਿ ਤੁਸੀਂ ਖਾਂਦੇ ਹੋ ਪ੍ਰਜ਼ਿਊਮ ਕੀਤਾ ਜਾਂਦਾ ਕਿ ਖਾਂਦੇ ਹੋ ਬਿਲਕੁਲ ਸਹੀ ਔਰ ਫॉर ਐਗਜ਼ਾਮਪਲ ਜਿੱਦਾਂ ਆਇਰਨ ਡੈਫੀਸ਼ੀਐਂਸੀ ਹਾਂਜੀ ਸਪੈਸ਼ਲੀ ਵੈਜੀਟੇਰੀਅਨਸ ਦੇ ਵਿੱਚ ਬਹੁਤ ਹੁੰਦੀ ਹੈ ਅੱਛਾ ਮੈਂ ਦੇਖ ਰਿਹਾ ਜਦੋਂ ਸਾਡੀਆਂ ਭੈਣਾਂ ਭਰਜਾਈਆਂ ਜਦੋਂ ਪ੍ਰੈਗਨੈਂਟ ਹੁੰਦੀਆਂ ਤਾਂ ਉਦੋਂ ਵੀ ਰੈਗੂਲਰ ਜਿਹੜੀ ਫੋਲਿਕ ਐਸਿਡ ਸ਼ਾਇਦ ਉਹਨੂੰ ਕਹਿੰਦੇ ਆ ਉਹ ਡਿਫਰੈਂਟ ਚੀਜ਼ ਹੈ ਅੱਛਾ ਫੋਲਿਕ ਐਸਿਡ ਉਹ ਤਾਂ ਚਲੋ ਡਿਊਰਿੰਗ ਪ੍ਰੈਗਨੈਂਸੀ ਆ ਜਾਂਦੀ ਅਦਰਵਾਈਜ਼ ਜਿਹੜੇ ਪਿਓਰ ਵੈਜੀਟੇਰੀਅਨ ਉਹਨਾਂ 'ਚ ਇਹ ਪ੍ਰੋਬਲਮ ਆਉਂਦੀ ਹੈਗੀ ਹੈ ਉਹਨੂੰ ਡਾਈਟ ਦੇ ਨਾਲ ਤੁਸੀਂ ਰਿਕੂਪ ਕਰ ਸਕਦੇ ਹੋ ਜਿਸ ਤਰ੍ਹਾਂ ਦਾਲਾਂ ਬਹੁਤ ਅੱਛੀ ਚੀਜ਼ਾਂ ਹੈਗੀਆਂ ਟੋਫੂ ਹੋ ਗਿਆ ਪਨੀਰ ਹੋ ਗਿਆ ਉਹਦੇ ਨਾਲ ਸਪਲੀਮੈਂਟ ਹੋ ਸਕਦਾ ਹੈ ਤੇ ਉਹਨੂੰ ਬੜੀ
ਆਪਣੇ ਬੰਦੇ ਬੜੇ ਈਜ਼ੀਲੀ ਲੈਂਦੇ ਕਿ ਉਹ ਆਇਰਨ ਡੈਫੀਸ਼ੀਐਂਸੀ ਬਾਅਦ ਦੇ ਵਿੱਚ ਐਨੀਮੀਆ ਦੇ ਵਿੱਚ ਬਿਲਕੁਲ ਉਹ ਵੱਡੀ ਰਿਜ਼ਲਟ ਪ੍ਰੋਬਲਮ ਕਰ ਬਣ ਜਾਂਦੀ ਸਕਦੀ ਹੈ, ਤੇ ਇਸ ਕਰਕੇ ਇਹਨੂੰ ਸੀਰੀਅਸਲੀ ਇੰਸ਼ੋਰੈਂਸ ਕੰਪਨੀਆਂ ਲੈਂਦੀਆਂ। ਸੋ ਇੰਸ਼ੋਰੈਂਸ ਲੈਣ ਵੇਲੇ ਫਰਜ਼ ਕਰ ਲਓ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ, ਕਿਸੇ ਦੇ ਬਲੱਡ ਥਿਨਰ ਕੋਈ ਲੈ ਰਿਹਾ ਬੰਦਾ, ਜਾਂ ਉਹਨਾਂ ਨੂੰ ਲੱਗਦਾ ਕਿ ਮੇਰੇ ਦਿਲ ਦੀ ਹਾਲਤ ਕੋਈ ਬਹੁਤੀ ਅੱਛੀ ਨਹੀਂ, ਉਹਦੇ ਲਈ ਰੈਗੂਲਰ ਮੈਡੀਕੇਸ਼ਨ ਹੋ ਰਹੀ ਆ, ਤਾਂ ਉਹ ਸਾਨੂੰ ਡਿਕਲੇਅਰ ਕਰ ਦੇਣੀ ਚਾਹੀਦੀ। ਡਿਕਲੇਅਰ ਕਰ ਦੇਣੀ ਚਾਹੀਦੀ ਹੈ, ਫਿਰ ਉਹ ਨੈਚੁਰਲੀ ਡਾਕਟਰ ਕੋਲ ਪੁੱਛ ਲੈਂਦੇ ਹੈਗੇ ਕਿ ਕਿਉਂ ਦਿੱਤੀ ਹੈਗੀ ਹੈ, ਕੀ ਸਟੇਟਸ ਕੀ ਹੈਗਾ। ਅੱਛਾ ਜੀ, ਅਗਰ ਐਕਸੈਪਟੇਬਿਲਿਟੀ ਫੈਕਟਰ ਦੇ ਵਿੱਚ ਆਉਂਦਾ ਹੈਗਾ ਤਾਂ ਉਹ ਦੇ ਦਿੰਦੇ ਹੈਗੇ। ਓਕੇ ਓਕੇ। ਸੋ ਜਦੋਂ ਇਹ ਸਾਰੀ ਅਸੀਂ ਪਾਲਿਸੀ ਲੈ ਰਹੇ ਹੁੰਦੇ ਆ, ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਡਰ ਹੁੰਦਾ ਵੀ ਇਹਦੇ ਨਾਲ ਕਿਤੇ ਪ੍ਰੀਮੀਅਮ ਮਹਿੰਗਾ ਨਾ ਹੋ ਜਾਏ, ਲੇਕਿਨ ਨਾਲ ਅਸੀਂ ਇੱਕ ਬਹੁਤ ਵੱਡਾ ਰਿਸਕ ਜਿਹੜਾ ਉਹਦੇ ਨਾਲ ਵੀ ਖੇਡ ਰਹੇ ਹੁੰਦੇ ਆ। ਬਿਲਕੁਲ ਜੀ, ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ। ਇਹਦੇ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਜੀ ਔਰ ਡਿਸਕਲੋਜ਼ ਕਰਨਾ ਚਾਹੀਦਾ। ਐਟ ਲੀਸਟ ਬਾਕੀ ਦੀਆਂ ਚੀਜ਼ਾਂ ਅਗਰ ਐਕਸਕਲੂਡ ਕਰਦੇ ਵੀ ਹੈਗੇ ਤਾਂ ਬਾਕੀ ਦੀਆਂ ਚੀਜ਼ਾਂ ਜੀ ਕਵਰ ਹੋ ਜਾਂਦੀਆਂ ਹੈਗੀਆਂ। ਬਿਲਕੁਲ ਸਹੀ। ਸੋ ਜਦੋਂ ਕੋਈ ਵੀ ਬੰਦਾ ਇਨ ਜਨਰਲ ਇੰਸ਼ੋਰੈਂਸ ਪਾਲਿਸੀ ਲੈਣ ਲੱਗਦਾ, ਉਹਦੇ ਵਿੱਚ ਅੱਗੇ ਚੱਲ ਕੇ ਬਹੁਤ ਕੁਝ ਅਜਿਹਾ ਹੁੰਦਾ, ਚਾਹੇ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਹੈਲਥ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਹੋਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕੰਟੈਂਟਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਆਪਣੇ ਮੋਟਰ ਵਹੀਕਲ ਦੀ ਬੋਟ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ। ਇਹ ਖਲਾਰਾ ਕਾਫੀ ਵੱਡਾ ਹੈ ਜੀ, ਇਹ ਫੀਲਡ ਬਹੁਤ ਵੱਡਾ ਹੈ। ਕਾਫੀ ਬਹੁਤ ਜ਼ਿਆਦਾ ਵਾਸਟ ਫੀਲਡ ਹੈ। ਜਿਸ ਤਰ੍ਹਾਂ ਅਸੀਂ ਸਪੈਸ਼ਲਾਈਜ਼ ਕਰਦੇ ਹੈਗੇ ਲਾਈਫ ਰਿਲੇਟਡ ਪ੍ਰੋਡਕਟਸ ਦੇ ਵਿੱਚ, ਇੱਦਾਂ ਹੀ ਜਨਰਲ ਇੰਸ਼ੋਰੈਂਸ ਦੇ ਵਿੱਚ ਇੰਨੀ ਜ਼ਿਆਦਾ ਵਾਸਟਨੈਸ ਆ ਜਾਂਦੀ ਹੈ। ਕੁਛ ਲੋਕ ਹਾਊਸ ਕੰਟੈਂਟਸ ਹੀ ਕਰਦੇ ਹੈਗੇ ਆ, ਕਾਰਾਂ ਦਾ ਕਰਦੇ ਹੈਗੇ ਆ, ਬੋਟਸ ਦਾ ਹੈਗਾ, ਫਿਰ ਤੁਹਾਡਾ ਈਵੈਂਟ ਇੰਸ਼ੋਰੈਂਸਿਸ ਹੈਗੀਆਂ, ਜਿੱਦਾਂ ਤੁਸੀਂ ਈਵੈਂਟਸ ਕਰਦੇ ਹੋ, ਉਹ ਵੀ ਕਵਰ ਹੁੰਦੀਆਂ ਜਨਰਲ ਇੰਸ਼ੋਰੈਂਸ ਦੇ ਅੰਡਰ। ਮੈਂ ਕਿਹਾ ਲਾਇਬਿਲਿਟੀ ਇੰਸ਼ੋਰੈਂਸ ਵੀ ਹੁੰਦੀ ਹੈ, ਪਰਸਨਲ ਲਾਇਬਿਲਿਟੀ ਇੰਸ਼ੋਰੈਂਸ ਹੈਗੀ ਹੈ। ਅੱਜ ਕੱਲ ਕੰਟਰੈਕਟਰਸ ਦੇ ਵਾਸਤੇ ਕੰਪਲਸਰੀ ਕਰ ਦਿੱਤੀ ਹੈ ਪਰਸਨਲ ਲਾਇਬਿਲਿਟੀ। ਹਾਂਜੀ, ਸੋ ਬੜਾ ਵਾਸਟ ਫੀਲਡ ਹੈਗਾ ਜੀ। ਹੁਣ ਜਿਸ ਤਰ੍ਹਾਂ ਅਸੀਂ ਪਰਸਨਲ ਇੰਸ਼ੋਰੈਂਸਿਸ ਕਰਦੇ ਹੈਗੇ ਆ, ਜਾਂ ਵਿਜ਼ਿਟਿੰਗ ਨਿਊਜ਼ੀਲੈਂਡ ਔਰ ਟਰੈਵਲ ਰਿਲੇਟਡ ਇੰਸ਼ੋਰੈਂਸਿਸ ਕਰੀਦੀਆਂ ਹੈਗੀਆਂ। ਹੁਣ ਸਾਡੇ ਨਾਲ ਅਸੀਂ ਬਹੁਤ ਜਲਦੀ ਟਾਈ ਅਪ ਕਰਨ ਜਾ ਰਹੇ ਹੈਗੇ ਆ ਇੱਕ ਸਪੈਸ਼ਲਿਸਟ ਬੰਦਾ ਜਿਹੜਾ ਜਨਰਲ ਇੰਸ਼ੋਰੈਂਸ ਕਰਦਾ ਹੈ। ਅੱਛਾ ਜੀ, ਅੱਛਾ ਜੀ। ਉਹਨਾਂ ਕੋਲ 30-32 ਟਾਈਪ ਦੀਆਂ ਜਨਰਲ ਇੰਸ਼ੋਰੈਂਸ ਕੰਪਨੀਜ਼ ਦੀ ਏਜੰਸੀਜ਼ ਹੈਗੀਆਂ। ਉਹ ਸਾਡੇ ਨਾਲ ਐਸੋਸੀਏਟ ਹੋ ਰਹੇ ਰੈਫਰਲ ਐਗਰੀਮੈਂਟ ਦੇ ਅੰਡਰ। ਅੱਛਾ ਜੀ। ਤਾਂ ਬੜੀ ਜਲਦੀ ਉਹ ਵੀ ਸੇਵਾ ਆਪਣੇ ਜਿਹੜੇ ਕਸਟਮਰਸ ਹੈ ਉਹਨਾਂ ਨੂੰ ਅਸੀਂ ਰੈਫਰ ਕਰ ਸਕਦੇ ਹਾਂ ਰਿਲਾਇਬਲ ਬੰਦੇ ਕੋਲ। ਅੱਛਾ ਸ਼ਰਮਾ ਜੀ, ਮੈਨੂੰ ਇਹ ਵੀ ਦੱਸੋ ਵੀ ਜਦੋਂ ਕੋਈ ਵੀ ਬੰਦਾ ਮਕਾਨ ਲੈਣ ਲੱਗਦਾ, ਕਈ ਵਾਰੀ ਨਾ ਬੈਂਕਾਂ ਵਾਲੇ ਕੰਡੀਸ਼ਨ ਲਾਉਂਦੇ ਆ ਵੀ ਭਾਈ ਤੁਸੀਂ ਇਹਦੀ ਜਿਹੜੀ ਕੰਡੀਸ਼ਨਲ ਅਸੀਂ ਤੁਹਾਡਾ ਲੋਨ ਪਾਸ ਕਰਾਂਗੇ ਜੇ ਤੁਸੀਂ ਫਲਾਨੀ ਇੰਸ਼ੋਰੈਂਸ ਜਿਹੜੀ ਆ ਉਹ ਬੈਂਕ ਦੇ ਥਰੂ ਲੈਂਦੇ ਆ। ਉਹ ਫਿਰ ਕਿੰਨੀ ਕੁ ਦੇਰ ਦਾ ਉਹ ਕੰਟਰੈਕਟ ਹੁੰਦਾ ਜੀ? ਕਿੰਨੀ ਕੁ ਦੇਰ ਬਾਅਦ ਤੁਸੀਂ ਉਹਨੂੰ ਰਿਵਿਊ ਕਰਕੇ ਤਾਂ ਇੰਡੀਵਿਜੂਅਲੀ ਤੁਸੀਂ ਉਹਨੂੰ ਅਸੈਸ ਕਰ ਸਕਦੇ ਹੋ? ਪਾਲਿਸੀਜ਼ ਨੂੰ ਰਿਵਿਊ ਕਰਨ ਤੋਂ ਬਾਅਦ ਉਹ ਫਿਰ ਤੁਹਾਡੇ ਦੁਆਰਾ ਸੁਝਾਈ ਗਈ ਨੀਤੀ ਜਾਂ ਪਾਲਿਸੀ ਜਿਹੜੀ ਹੈ ਉਹਨੂੰ ਬਾਈ ਕਰ ਸਕਦੇ ਨੇ। ਅਕਸਰ ਇਹ ਹੁੰਦਾ ਆ। ਐਕਚੁਅਲੀ ਐਜ਼ ਪਰ ਲਾਅ ਫੋਰਸ ਨਹੀਂ ਕਰ ਸਕਦੇ ਬੈਂਕ। ਬਿਲਕੁਲ। ਕਿ ਸਾਡੇ ਕੋਲੋਂ ਲਾਓ, ਜਾਂ ਉਹ ਇਹ ਕਹਿ ਸਕਦੇ ਆ ਕਿ ਰਿਸਕ ਫੈਕਟਰ ਜ਼ਿਆਦਾ ਹੈਗਾ ਤੇ ਤੁਸੀਂ ਇਹ ਲੈਣੀ ਚਾਹੀਦੀ ਹੈਗੀ। ਉਹ ਕੰਡੀਸ਼ਨਲ ਜੀ ਉਹ ਕਰ ਦਿੰਦੇ ਉਹ ਕਹਿੰਦੇ ਇਸ ਤਰੀਕੇ ਨਾਲ ਹੈ ਕਿ ਬੰਦਾ ਸੋਚਦਾ ਕਿ ਇਹ ਮੈਨੂੰ ਲੋਨ ਦੇ ਰਹੇ ਨੇ ਤਾਂ ਲੈ ਹੀ ਲਓ, ਇਹਨਾਂ ਕੋਲੋਂ ਹੀ ਲੈ ਲਓ ਜੀ ਜੀ। ਤੇ ਬਟ ਬੈਂਕ ਦੀਆਂ ਜਿਹੜੀਆਂ ਮੋਸਟਲੀ ਬੈਂਕਸ ਦੀਆਂ ਇੰਸ਼ੋਰੈਂਸਿਸ ਹੁੰਦੀਆਂ ਹੈਗੀਆਂ ਉਹ ਟੇਲਰ ਮੇਡ ਹੁੰਦੀਆਂ ਔਰ ਅੰਡਰ ਰਿਟਨ ਮੇਨ ਇੰਸ਼ੋਰੈਂਸ ਕੰਪਨੀਜ਼ ਤੋਂ ਹੁੰਦੀਆਂ ਹੈਗੀਆਂ। ਬਿਲਕੁਲ। ਜਿੱਦਾਂ ASB ਹੈਗਾ, AIA ਕਰਦਾ ਹੈਗਾ, ANZ ਤੁਹਾਡੇ ਸਿਗਨਾ ਕਰਦੀ ਹੈਗੀ ਹੈ। ਸੋ ਇਸ ਤਰ੍ਹਾਂ ਡਿਫਰੈਂਟ ਇਹਦੇ ਵਿੱਚ ਵੀ ਚੇਂਜਿਸ ਆਉਂਦੀਆਂ ਰਹਿੰਦੀਆਂ ਮੇਨ ਇੰਸ਼ੋਰੈਂਸ ਕੰਪਨੀ 'ਚ। ਹੁਣ ਸਿਗਨਾ ਨੂੰ ਵੀ ਸ਼ਬ ਨੇ ਬਾਈ ਕਰ ਲਏ ਸਾਰੇ ਰਾਈਟਸ। ਬਿਲਕੁਲ ਸਹੀ। ਔਰ ਪਾਰਟਨਰ ਲਾਈਫ ਦਾ ਵੀ ਹੁਣ ਰੀਸੈਂਟ ਪਿਛਲੇ ਹਫਤੇ ਆਇਆ ਸੀਗਾ ਕਿ 100% ਸ਼ੇਅਰ ਹੋਲਡਿੰਗ ਜਿਹੜੀ ਹੈ ਉਹ ਦਾਈਚੀ ਨੇ ਲੈ ਲਈ ਹੈ, ਜਾਪਾਨ ਦੀ ਕੰਪਨੀ ਨੇ। ਬਟ ਸਬਜੈਕਟ ਟੂ ਅਪਰੂਵਲਸ ਐਂਡ ਆਲ ਦੈਟ। ਠੀਕ ਹੈ ਜੀ, ਠੀਕ ਹੈ। ਅੱਛਾ ਸ਼ਰਮਾ ਜੀ, ਮੈਨੂੰ ਇਹ ਵੀ ਜਾਣਕਾਰੀ ਜ਼ਰੂਰ ਦਿਓ ਕਿ ਜਦੋਂ ਆਪਾਂ ਇਹਨਾਂ ਸਾਰੀਆਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਮੈਂ ਦੇਖਿਆ ਵੀ ਸਾਡੇ ਜਿਹੜੇ ਭੈਣਾਂ ਭਾਈ ਨੇ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਜਿਹੜੇ ਨੇ ਉਹ ਵੱਖੋ ਵੱਖਰੇ ਹੁੰਦੇ ਨੇ। ਕਈ ਵਾਰ ਕੀ ਹੁੰਦਾ ਕਿ ਬਹੁਤੀ ਵਾਰ ਅਸੀਂ ਇਸ ਗੱਲੋਂ ਗੁਰੇਜ਼ ਕਰਦੇ ਹਾਂ ਜਿੰਨੀ ਦੇਰ ਤਾਂ ਅਸੀਂ ਸਟੂਡੈਂਟ ਵੀਜ਼ੇ ਤੇ ਹੁੰਦੇ ਹਾਂ,
ਉਨੀ ਦੇਰ ਤਾਂ ਅਸੀਂ ਖਿਆਲ ਰੱਖਦੇ ਹਾਂ ਕਿ ਠੀਕ ਆ, ਚਲੋ ਆਪਾਂ ਇੰਸ਼ੋਰੈਂਸ ਪਾਲਿਸੀ ਜਿਹੜੀ ਆ ਬਾਏ ਕਰ ਲਈ। ਉਸ ਤੋਂ ਬਾਅਦ ਅਸੀਂ ਕਈ ਵਾਰ ਜਿਹੜਾ ਉਹ ਗਰੇਜ਼ ਕਰ ਜਾਂਦੇ ਆ, ਜਦੋਂ ਵਰਕ ਪਰਮਿਟ ਦੀ ਟ੍ਰਾਂਜੀਸ਼ਨ ਆਉਂਦੀ ਆ ਜਾਂ ਰੈਜ਼ੀਡੈਂਸੀ ਦੀ ਗੱਲ ਚੱਲਦੀ ਆ, ਉਸ ਤੋਂ ਬਾਅਦ ਅਸੀਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮਿਸ ਕਰ ਜਾਂਦੇ ਆ। ਕੀ ਗੱਲ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹਨਾਂ ਦੇ ਪ੍ਰੀਮੀਅਮ ਮਹਿੰਗੇ ਆ ਜਾਂ ਗੱਲ ਕੀ ਆ, ਅਸੀਂ ਕਿੱਥੇ ਮਾਰ ਖਾ ਜਾਂਦੇ ਆ? ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇੱਕ ਤਾਂ ਫੈਕਟਰ ਇਹ ਆ ਜਾਂਦਾ ਪਰਮਿੰਦਰ ਜੀ ਕਿ ਜਿਸ ਵੇਲੇ ਤੁਸੀਂ ਸਟੂਡੈਂਟ ਹੁੰਦੇ ਤੁਹਾਡੇ ਕੋਲ ਆਪਸ਼ਨ ਨਹੀਂ ਹੁੰਦੀ, ਲੈਣੀ ਪੈਂਦੀ ਹੈ ਇੰਸ਼ੋਰੈਂਸ। ਬਿਲਕੁਲ। ਕਿ ਸਾਡੇ ਅਸੀਂ ਸੋਚਦੇ ਹਾਂ ਕਿ ਇਹਦੇ ਤੋਂ ਅਸੀਂ ਬਚ ਨਹੀਂ ਸਕਦੇ, ਇਸ ਕਰਕੇ ਲੈ ਲੈਂਦੇ ਲੋਕੀ। ਠੀਕ ਹੈ। ਫਿਰ ਜਦੋਂ ਸਟੂਡੈਂਟ ਤੋਂ ਵਰਕ ਪਰਮਿਟ ਤੇ ਜਾਂਦੇ ਆ, ਉਹ ਥੋੜੀ ਜਿਹੀ ਕਾਸਟਲੀ ਹੁੰਦੀ ਹੈ, ਠੀਕ ਹੈ ਬਟ ਡਿਫਰੈਂਟ ਉਹਦੇ ਬੈਨੀਫਿਟ ਹੈਗੇ ਆ। ਜੀ। ਉਹ 'ਚ ਵੀ ਡਿਪੈਂਡ ਕਰਦਾ। ਅੱਜ ਕੱਲ੍ਹ ਇੰਸ਼ੋਰੈਂਸ ਕੰਪਨੀਆਂ 2 ਸਾਲ ਤੋਂ ਘੱਟ ਦੇ ਵਰਕ ਪਰਮਿਟ ਤੇ ਕੋਈ ਇੰਸ਼ੋਰੈਂਸ ਨਹੀਂ ਦਿੰਦੀਆਂ ਹੈਗੀਆਂ। ਅੱਛਾ। ਤੇ ਅਗਰ ਕਿਸੇ ਨੂੰ 1 ਸਾਲ ਦਾ ਵਰਕ ਪਰਮਿਟ ਹੈਗਾ ਤਾਂ ਫਿਰ ਉਹ ਵਿਜ਼ਿਟਿੰਗ ਨਿਊਜ਼ੀਲੈਂਡ ਹੀ ਲੈਣੀ ਪੈਂਦੀ ਹੈ। ਓਕੇ। ਉਹ 'ਚ ਮੈਡੀਕਲ $1,00,000 ਤੱਕ ਦੀ ਲਿਮਿਟ ਉਹਨਾਂ ਦੀ ਹੈਗੀ ਹੈ। ਉਹ ਡਸਨਟ ਮੇਕ ਐਨੀ ਡਿਫਰੈਂਸ ਕਿ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ, ਜਿਹੜਾ ਪ੍ਰੀਮੀਅਮ ਆ ਉਹਦੀ ਜਿਹੜੀ ਰਾਸ਼ੀ ਆ ਉਹ ਇਸ ਗੱਲ ਤੇ ਨਿਰਭਰ ਕਰਦੀ ਹੈ। ਪ੍ਰੀਮੀਅਮ ਚੀਜ਼ ਦੇਖਦੀ ਹੈ। ਪ੍ਰੀਮੀਅਮ ਜਿਹੜਾ ਵੇਰੀ ਕਰਦਾ ਨਾ, ਉਹ ਕਰਦਾ ਹੈਗਾ ਜਿਸ ਤਰ੍ਹਾਂ ਏਜ। ਅੱਛਾ। ਆਬਵੀਅਸਲੀ ਹਾਂਜੀ। ਏਜ ਤੇ ਕਰਦਾ ਹੈਗਾ। ਫਿਰ ਅਗਰ ਲੋਡਿੰਗ ਹੋਈ ਕਿ ਨਹੀਂ ਹੋਈ, ਕਿ ਕੁਛ ਮੈਡੀਕਲ ਲੋਡਿੰਗ ਕੀਤੀ ਹੈਗੀ, ਉਹਦੇ ਤੇ ਡਿਪੈਂਡ ਕਰਦਾ। ਹੁਣ ਇਹਦੇ ਤੇ ਜਿਸ ਤਰ੍ਹਾਂ ਵਿਜ਼ਿਟਿੰਗ ਨਿਊਜ਼ੀਲੈਂਡ ਔਰ ਨੰਬਰ ਆਫ ਡੇਜ਼ ਤੇ ਡਿਪੈਂਡ ਕਰਦਾ ਹੈ। ਓਕੇ। ਕਿ ਕਿੰਨੇ ਦਿਨ ਦੀ ਲੈ ਰਹੇ ਹੋ। ਹੁਣ ਰੀਸੈਂਟਲੀ ਮੈਂ ਲਾਸਟ ਵੀਕ ਕੋਈ ਸਪਾਊਸ ਹੁਣੇ ਰੀਸੈਂਟਲੀ ਆਏ ਨੇ ਕਿਸੇ ਦੀ। ਅੱਛਾ ਜੀ। ਤੇ ਉਹ ਕਿਉਂਕਿ ਸਾਲ ਦਾ ਵਰਕ ਪਰਮਿਟ ਲੱਗਦਾ ਹੈਗਾ ਜੀ, ਤੇ ਸਾਲ ਦਾ ਵਰਕ ਪਰਮਿਟ ਲੱਗਣ ਕਰਕੇ ਉਹਨਾਂ ਦੀ 1 ਸਾਲ ਦੀ ਵਿਜ਼ਿਟਿੰਗ ਨਿਊਜ਼ੀਲੈਂਡ ਹੀ ਕੀਤੀ ਹੈ, ਬਟ ਉਹ 'ਚ ਐਟਲੀਸਟ ਮੈਡੀਕਲ ਤੋਂ ਕਵਰ ਹੋ ਜਾਂਦਾ ਨਾ। ਓਕੇ ਓਕੇ। ਸੋ ਤੁਸੀਂ ਇਹ ਗੱਲ ਕੀਤੀ ਆ, ਤੇ ਇਹਦੇ ਨਾਲ ਹੀ ਮਿਲਦੀ ਜੁਲਦੀ ਇੱਕ ਗੱਲ ਜਿਹੜੀ ਹੋਰ ਮੈਂ ਕਵਰ ਕਰਨੀ ਚਾਹੁੰਦਾ, ਉਹ ਇਹ ਹੈ ਕਿ ਅਕਸਰ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਟਰੈਵਲ ਇੰਸ਼ੋਰੈਂਸ ਜਿਹੜੀ ਆ ਉਹ ਬੰਦੇ ਦੀ ਪ੍ਰੋਮਪਟਲੀ ਲੈਣੀ ਚਾਹੀਦੀ ਆ। ਆਪਾਂ ਨੂੰ ਕਿੰਨਾ ਸਮਾਂ ਪਹਿਲਾਂ ਟਰੈਵਲ ਇੰਸ਼ੋਰੈਂਸ ਜਿਹੜੀ ਆ ਉਹ ਇੱਕ ਇੱਥੇ ਆਉਣ ਵਾਲੇ ਯਾਤਰੀ ਦੀ ਹੋਣੀ ਚਾਹੀਦੀ ਹੈ, ਤੇ ਉਸ ਦੀ ਕਿੰਨੀ ਕੁ ਕਾਸਟ ਪੈ ਜਾਂਦੀ? ਫੋਰ ਐਗਜ਼ਾਮਪਲ ਮੈਂ ਇੱਕ ਕੇਸ ਤੁਹਾਨੂੰ ਦਿੰਦਾ ਕਿ ਫਰਜ਼ ਕਰੋ ਮੇਰੇ ਕਿਸੇ ਰਿਸ਼ਤੇਦਾਰ ਨੇ ਇੰਡੀਆ ਤੋਂ 15 ਦਿਨਾਂ ਵਾਸਤੇ ਇੱਥੇ ਘੁੰਮਣ ਆਉਣਾ, ਤਾਂ ਉਹਨਾਂ ਹਾਲਾਤਾਂ ਵਿੱਚ ਕਿੰਨਾ ਸਮਾਂ ਪਹਿਲਾਂ ਮੈਂ ਉਹਦੀ ਟਰੈਵਲ ਇੰਸ਼ੋਰੈਂਸ ਕਰਾਵਾਂ, ਕਿੱਥੋਂ ਕਰਾਵਾਂ, ਤੇ ਕਿੰਨੀ ਕੁ ਕਾਸਟ ਉਹ ਕਰੂਗੀ ਮੈਨੂੰ? ਦੇਖੋ, ਜੇ ਇੰਡੀਆ ਤੋਂ ਸਪੋਜ਼ ਆ ਰਹੇ ਨੇ, ਵੈਸੇ ਤਾਂ ਉੱਥੇ ਵੀ ਕਰਦੇ ਹੈਗੇ ਇੰਸ਼ੋਰੈਂਸ ਜੀ, ਬਟ ਅਗਰ ਉਹ ਇੱਥੇ ਹੈਗੇ ਆ, ਇੱਥੇ ਫਿਰ ਕਲੇਮ ਲੈਣ 'ਚ ਆਸਾਨੀ ਰਹਿੰਦੀ ਹੈਗੀ ਹੈ। ਬਿਲਕੁਲ ਸਹੀ। ਤਾਂ ਇੱਥੋਂ ਲਓ ਤੇ ਜਿਸ ਦਿਨ ਤੋਂ ਚੱਲਣਾ ਉਹਨਾਂ ਨੇ ਔਰ ਜਿਸ ਦਿਨ ਵਾਪਸ ਉੱਥੇ ਹਾਂ, ਜਿਸ ਦਿਨ ਚੱਲਣਾ ਔਰ ਜਿਸ ਦਿਨ ਪਹੁੰਚਣਾ, ਉਹਨੂੰ ਇਨਕਲੂਡ ਕਰਕੇ ਉਨੇ ਦਿਨਾਂ ਦੀ ਲੈਣੀ ਚਾਹੀਦੀ ਹੈਗੀ। ਉਹ ਇੱਥੋਂ ਬੈਠੇ ਜਿਹੜਾ ਜਦੋਂ ਵੀ 1 ਦਿਨ ਪਹਿਲਾਂ ਵੀ ਲੈ ਸਕਦੇ ਹੈ, ਕੋਈ ਇਸ਼ੂ ਨਹੀਂ। ਉਹ ਕੋਈ ਨਹੀਂ। ਉਹ ਤਾਂ ਡੇਟ ਆਫ ਕਮੈਂਸਮੈਂਟ ਜਿਹੜੀ ਹੈ ਉਹ ਤੁਸੀਂ ਦੱਸਣੀ ਹੈਗੀ, ਉਸ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ। ਅੱਛਾ, ਤੁਹਾਡਾ ਲੰਮਾ ਚੌੜਾ ਤਜਰਬਾ, ਤੁਸੀਂ ਜ਼ਿੰਦਗੀ ਦਾ ਲਗਭਗ ਅੱਧਾ ਹਿੱਸਾ ਜਿਹੜਾ ਉਹ ਇਹਨਾਂ ਕੰਪਨੀਆਂ ਦੇ ਨਾਲ ਮਗਜ਼ ਖਪਾਈ ਕਰਦਿਆਂ ਬਤੀਤ ਕੀਤਾ ਜੀ। ਕਿੱਥੇ ਅੜਚਨਾਂ ਆਉਂਦੀਆਂ? ਮਤਲਬ ਮਿਸਾਲ ਦੇ ਤੌਰ ਤੇ ਜੀ ਕਿਸੇ ਨਾਲ ਕੋਈ ਜ਼ਿਕਰ ਕਰਦੇ ਹੋਵੋ, ਤੁਸੀਂ 4 ਬੰਦਿਆਂ 'ਚ ਬੈਠੇ ਹੋਵੋ ਤੇ ਸੰਜੀਦਾ ਵਿਚਾਰ ਚਰਚਾ ਕਰਦਿਆਂ ਕਿਹੜੀ ਅੜਚਨ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਇੰਸ਼ੋਰੈਂਸ ਪਾਲਿਸੀਜ਼ ਖਰੀਦਦਿਆਂ ਜਾਂ ਫਿਰ ਕਲੇਮ ਕਰਦਿਆਂ ਤੁਸੀਂ ਨੋਟਿਸ ਕੀਤੀ ਹੋਵੇ? ਦੇਖੋ, ਜਿੱਦਾਂ ਆਪਾਂ ਪਹਿਲਾਂ ਡਿਊਟੀ ਆਫ ਡਿਸਕਲੋਜ਼ਰ ਦੀ ਗੱਲ ਕੀਤੀ, ਉਹ ਬੜੀ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ। ਅਗਰ ਪਹਿਲਾਂ ਦੱਸਿਆ ਹੋਵੇ ਤਾਂ ਆਪਾਂ ਨੂੰ ਕੋਈ ਕਲੇਮ 'ਚ ਪ੍ਰੋਬਲਮ ਨਹੀਂ ਆਉਂਦੀ। ਓਕੇ। ਇੱਥੇ ਬੜੇ ਪ੍ਰੋਂਪਟ ਤਰੀਕੇ ਨਾਲ ਪੇਮੈਂਟਾਂ ਹੋ ਜਾਂਦੀਆਂ ਹੈਗੀਆਂ। ਠੀਕ ਹੈ। ਬਟ ਜਿਹੜਾ ਜਿਸ ਤਰ੍ਹਾਂ ਵਿਜ਼ਿਟਿੰਗ ਨਿਊਜ਼ੀਲੈਂਡ ਵਗੈਰਾ, ਜਿੱਦਾਂ ਰਿਸ਼ਤੇਦਾਰ ਆਪਣੇ ਆਉਂਦੇ, ਉਹਨਾਂ ਦੇ ਕੇਸ ਦੇ ਵਿੱਚ ਇਹ ਹੈਗਾ ਕਿ ਉਹ 'ਚ ਕੋਈ ਫਾਰਮ ਨਹੀਂ ਭਰਨਾ ਹੁੰਦਾ। ਅੱਛਾ ਜੀ। ਸਿਰਫ ਸਟੇਟਮੈਂਟ ਹੀ ਹੈ। ਅੱਛਾ ਕਿ ਜੀ। ਉਹ ਆਪ ਦੱਸਦੇ ਹੈਗੇ, ਉਹਦੇ 'ਚ ਕੋਈ ਆਟੋਮੈਟਿਕਲੀ ਇਹ ਦੱਸਿਆ ਜਾਂਦਾ ਹੈ, ਜਿਸ ਵੇਲੇ ਪਾਲਿਸੀ ਸ਼ਡਿਊਲ ਜਾਂਦਾ ਨਾਲ ਹੀ ਇੱਕ ਫਾਰਮ ਜਾਂਦਾ ਕਿ ਕੋਈ ਵੀ ਐਗਜ਼ਿਸਟਿੰਗ ਜਿਹੜੀ ਹੈਗੀ ਆ ਉਹ ਤੁਹਾਡੀ ਕਵਰ ਨਹੀਂ ਹੋਏਗੀ। ਅੱਛਾ ਜੀ। ਹੁਣ ਤੁਸੀਂ ਕਹੋਗੇ ਕਿ ਉਹਨਾਂ ਦਾ ਕਿੱਦਾਂ ਪਤਾ ਲੱਗੇਗਾ? ਕੁਛ ਇੱਕ ਪ੍ਰੋਬਲਮਸ ਹੁੰਦੀਆਂ ਹੈਗੀਆਂ, ਜਿੱਦਾਂ ਉਹਨਾਂ ਨੂੰ ਡਾਊਟ ਪੈ ਜਾਂਦਾ ਕਿ ਜਿੱਦਾਂ ਸਪੋਜ਼ ਕਿਡਨੀ ਸਟੋਨ ਹੈ। ਅੱਛਾ ਜੀ।
ਇੱਥੇ ਆ ਕੇ ਪਤਾ ਲੱਗਿਆ, ਬਟ ਉਹ ਪ੍ਰੀਜ਼ਿਊਮ ਕਰਦੇ ਕਿ ਅੱਜ ਤਾਂ ਨਹੀਂ ਹੋਇਆ ਹੁਣ, ਉਹਦੇ ਕੋਲੋਂ ਇਨਫੋਰਮੇਸ਼ਨ ਲੈ ਲੈਂਦੇ ਆ ਕਈ ਵਾਰੀ, ਬਿਲਕੁਲ ਇੰਡੀਆ ਤੋਂ ਵੀ ਲੈ ਲੈਂਦੇ ਹੈਗੇ ਇਨਫੋਰਮੇਸ਼ਨ। ਐਂਡ ਜੇ ਉਹ ਲਿਖ ਦਿੰਦੇ ਹੈਗੇ ਕਿ ਪਹਿਲਾਂ ਤਾਂ ਸਾਡੇ ਕੋਲ ਤਾਂ ਕੋਈ ਇਸ਼ੂ ਨਹੀਂ ਸੀਗਾ ਜਾਂ ਪਤਾ ਹੀ ਨਹੀਂ ਲੱਗਿਆ, ਠੀਕ ਹੈ, ਡਿਵੈਲਪ ਹੁੰਦੇ ਆ, ਟਾਈਮ ਲੱਗਦਾ, ਬੋਡੀ ਦੇ ਵਿੱਚ ਪੇਨ ਨਹੀਂ ਹੋਈ ਤਾਂ ਕੁਛ ਨਹੀਂ ਕਰ ਸਕਦੇ। ਇਫ ਯੂ ਆਰ ਇਗਨੋਰੈਂਟ ਅਬਾਊਟ ਇਟ ਤਾਂ ਫਿਰ ਵੀ ਪੇਮੈਂਟ ਤੁਹਾਨੂੰ ਕਲੇਮ ਤਾਂ ਮਿਲਣਾ ਹੀ ਹੈ ਨਾ, ਕਿ ਤੁਹਾਡੇ ਜਦ ਪੇਨ ਹੀ ਨਹੀਂ ਹੋਈ ਪਹਿਲਾਂ ਤਾਂ। ਬਿਲਕੁਲ ਸਹੀ, ਬਿਲਕੁਲ ਸਹੀ। ਜਦੋਂ ਅਸੀਂ ਗੱਲ ਕਰਦੇ ਹਾਂ ਕੰਟੈਂਟਸ ਇੰਸ਼ੋਰੈਂਸ ਦੀ, ਉਹਦੇ ਵਿੱਚ ਕਈ ਵਾਰ ਏਦਾਂ ਹੁੰਦਾ ਭਾਜੀ, ਮੈਂ ਆਪਣੇ ਨਾਲ ਦੇ ਕਈ ਪਰਿਵਾਰ ਜਿਹੜੇ ਬਦਕਿਸਮਤੀ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਚੋਰੀਆਂ ਹੋਈਆਂ, ਤੇ ਓਬਵੀਅਸਲੀ ਆਪਾਂ ਜਾਣਦੇ ਹਾਂ ਭਾਰਤੀ ਹੋਣ ਦੇ ਨਾਤੇ ਵੀ ਬਹੁਤ ਸਾਰੇ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਗਹਿਣੇ ਗੱਟੇ ਦੀਆਂ ਸ਼ੌਕੀਨ ਹੁੰਦੀਆਂ, ਸੋ ਗਹਿਣਾ ਗੱਟਾ ਵੀ ਚਲਿਆ ਜਾਂਦਾ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਇੰਸ਼ੋਰੈਂਸ ਕੰਪਨੀ ਕੰਟੈਂਟ ਇੰਸ਼ੋਰੈਂਸ ਦਾ ਕਲੇਮ ਕਰਨ ਵੇਲੇ ਬਹੁਤ ਵਾਰ ਇਹ ਕਹਿ ਕੇ ਇਨਕਾਰ ਕਰ ਦਿੰਦੇ ਵੀ ਨਹੀਂ, ਤੁਸੀਂ ਜਿਹੜਾ ਸੋਨਾ ਸੀ ਉਹ ਰਫਲੀ ਕਿੰਨੇ ਕੁ ਦਾ ਸੀ, ਉਹ ਸਾਨੂੰ ਨਹੀਂ, ਇੱਦਾਂ ਨਹੀਂ ਪਤਾ ਲੱਗਣਾ, ਕਿਉਂਕਿ ਤੁਸੀਂ ਉਹਦਾ ਕੋਈ ਪ੍ਰੋਪਰ ਪੇਪਰ ਵਰਕ ਸਾਡੇ ਕੋਲ ਨਹੀਂ ਹੁੰਦਾ। ਉਹ ਵੀ ਥੋੜਾ ਗਾਈਡ ਕਰੋ ਸਾਨੂੰ, ਕੰਟੈਂਟ ਇੰਸ਼ੋਰੈਂਸ ਕਰਾਉਣ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ? ਪਰਮਿੰਦਰ ਜੀ, ਆਫੀਸ਼ੀਅਲੀ ਜੀ ਮੈਂ ਇਹਦੇ ਤੇ ਆਥੋਰਾਈਜ਼ਡ ਨਹੀਂ ਹੈ ਓਕੇ ਐਡਵਾਈਸ ਦੇਣ ਲਈ, ਕਿਉਂਕਿ ਜਨਰਲ ਇੰਸ਼ੋਰੈਂਸ ਦੇ ਅੰਡਰ ਆਉਂਦਾ ਹੈ। ਠੀਕ ਹੈ ਜੀ। ਬਟ ਜਿਸ ਵੇਲੇ ਮੈਂ ਜਿਸ ਤਰ੍ਹਾਂ ਦੱਸਿਆ ਕਿ ਵੈਰੀ ਸੂਨ ਸਾਡੇ ਉਹ ਐਸੋਸੀਏਟ ਨਾਲ ਲੱਗ ਜਾਣਗੇ, ਮੇ ਬੀ ਨੈਕਸਟ ਟਾਈਮ ਖੁੱਲ ਕੇ ਗੱਲਾਂ ਹੋਣਗੀਆਂ, ਉਹ ਐਡਵਾਈਸ ਦੇ ਸਕਦੇ ਇਸ ਬਾਰੇ। ਠੀਕ ਹੈ, ਨਾਲ ਦੀ ਕੁਰਸੀ ਤੇ ਆਪਾਂ ਉਹਨਾਂ ਨੂੰ ਬਿਠਾਵਾਂਗੇ। ਬਿਲਕੁਲ ਬਿਲਕੁਲ। ਤੇ ਵੈਸੇ ਜਿਹੜੇ ਆ ਕਿ ਤੁਸੀਂ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਰੂਲਸ ਕੀ ਕਹਿੰਦੇ ਹੈਗੇ, ਵੈਲਿਊਏਸ਼ਨ ਕਰਾ ਲਓ, ਫੋਟੋ ਰੱਖੋ, ਬਿਲਸ ਰੱਖੋ, ਇਹ ਤਾਂ ਪਤਾ ਹੀ ਕਾਮਨ ਹੈਗੇ। ਇੱਕ ਥੋੜੀ ਜਿਹੀ ਰਾਏ ਮੈਂ ਵੀ ਦੇ ਦਿਆਂ, ਕਿਉਂਕਿ ਪੁਲਿਸ ਨਾਲ ਐਸੋਸੀਏਟ ਹੋਣ ਕਰਕੇ snap.org ਤੇ ਜਾ ਕੇ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਜਿੰਨਾ ਵੀ ਵਾਈਟਵੇਅਰ ਹੈ, ਜਿੰਨੇ ਵੀ ਇਲੈਕਟ੍ਰੋਨਿਕ ਅਪਲਾਇੰਸਿਸ ਨੇ, ਉਹਨਾਂ ਦਾ ਇੱਕ ਯੂਨੀਕ ਕੋਡ ਹੁੰਦਾ ਉਹਦੇ ਪਿਛਲੇ ਪਾਸੇ। ਉਹ ਕੋਡ ਜੇ ਤੁਸੀਂ ਅਪਲੋਡ ਕਰ ਦਿੰਦੇ ਆ ਲਿਖ ਕੇ snap.org ਦੇ ਉੱਤੇ, ਤੇ ਉਹ ਪੁਲਿਸ ਦੇ ਨਾਲ ਡਾਟਾਬੇਸ ਜਿਹੜਾ ਉਹ ਸਾਂਝਾ ਹੁੰਦਾ। ਕੱਲ੍ਹ ਨੂੰ ਜੇ ਕੋਈ ਚੀਜ਼ ਚੋਰੀ ਹੁੰਦੀ ਆ ਤੇ ਪੁਲਿਸ ਉਹ ਸਾਰਾ ਸਮਾਨ ਕਿਤੋਂ ਵੀ ਬਰਾਮਦ ਕਰਦੀ ਆ, ਤਾਂ ਉਹ ਪਰਟੀਕੂਲਰ ਕੋਡ ਦੇਖ ਕੇ, ਜਿਹੜਾ ਕਿ ਪਹਿਲੇ ਉਹਨਾਂ ਦੇ ਸਿਸਟਮ ਦੇ ਵਿੱਚ ਅਪਲੋਡ ਹੋਇਆ ਆ, ਉਹ ਡਾਟਾਬੇਸ ਦੇ ਵਿੱਚੋਂ ਕੋਡ ਦੇ ਹਿਸਾਬ ਨਾਲ ਉਹ ਮਾਲਕ ਤੱਕ ਪਹੁੰਚਾ ਦਿੱਤਾ ਜਾਂਦਾ। ਸੋ ਅਜਿਹਾ ਵੀ ਇੱਕ ਵਰਤਾਰਾ ਜਿਹਦੇ ਬਾਰੇ ਸਾਡੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਬਹੁਤ ਥੋੜ੍ਹੀ ਆ, ਸੋ ਮੈਨੂੰ ਲੱਗਿਆ ਕਿ ਇਹ ਵੀ ਗੱਲ ਆਪਾਂ ਨੂੰ ਸਾਂਝੀ ਕਰ ਲੈਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਲਾਈਫ ਰਿਲੇਟਡ ਪਾਲਿਸੀ ਇੱਦਾਂ ਹੀ ਸੇਮ ਹੈ, ਉਹਦੇ 'ਚ ਤੁਸੀਂ ਜਿਹੜਾ ਵੀ ਐਡਵਾਈਜ਼ਰ ਤੁਹਾਡੇ ਨਾਲ ਤੁਹਾਡੀ ਇੰਸ਼ੋਰੈਂਸ ਕਰਨ ਆਉਂਦਾ, ਹਾਊਸ ਦੀ ਜਾਂ ਕੰਟੈਂਟਸ ਦੀ, ਉਹਦੇ ਕੋਲ ਯੂ ਕੈਨ ਆਸਕ ਐਜ਼ ਮੈਨੀ ਐਜ਼ ਕੁਐਸਚਨਸ, ਜਿਹੜੇ ਤੁਹਾਡੇ ਦਿਮਾਗ 'ਚ ਉਸ ਵੇਲੇ ਪੁੱਛ ਲਓ ਕਿੱਥੇ ਕਿੱਥੇ ਕਵਰ। ਕਈ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਕਾਰ 'ਚ ਨਹੀਂ ਕਵਰਡ ਹੁੰਦੀਆਂ, ਕਈ ਪਾਲਿਸੀ ਤੁਹਾਨੂੰ ਕਹੋ ਜੀ ਮੇਰੀ ਹਰ ਜਗ੍ਹਾ ਕਵਰ ਹੋਣੀ ਚਾਹੀਦੀ, ਜਿੱਦਾਂ ਮੋਬਾਈਲ ਹੈ। ਅੱਛਾ, ਮੈਂ ਪਹਿਲਾਂ ਜ਼ਿਕਰ ਕੀਤਾ ਵੀ ਭਾਵੇਂ ਕਿ ਤੁਹਾਡਾ ਦਫ਼ਤਰ ਜਿਹੜਾ ਉਹ ਸਿਟੀ ਵਾਲੇ ਪਾਸੇ ਆ, ਪਰ ਤੁਹਾਡੀ ਯਾਰੀ ਜਿਹੜੀ ਆ ਉਹ ਵੈਸਟ ਆਕਲੈਂਡ ਤੋਂ ਲੈ ਕੇ ਡਰੂਰੀ ਤੱਕ ਆ। ਬਲਵੀਰ ਪਾਵਲੇ ਹੁਣੀ ਬਿੱਲੀਆਂ ਅੱਖਾਂ ਦੇ ਨਾਲ, ਉਹ ਵੀ ਤੁਹਾਡੇ ਨਾਲ ਬੈਠੇ ਕਈ ਵਾਰੀ ਰੂਹ ਅਫਜ਼ਾ ਦਾ ਸੇਵਨ ਕਰਦੇ ਦੇਖੇ ਗਏ ਆ। ਜਿੱਥੇ ਜਿੱਥੇ ਵੀ ਸਾਡੇ ਮਿੱਤਰ ਪਿਆਰੇ ਰਹਿੰਦੇ ਆ, ਸਿਟੀ ਤੋਂ ਤੁਸੀਂ ਗੱਡੀ ਸਟਾਰਟ ਕਰਕੇ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਐਡਵਾਈਸ ਕਰਨ ਦੇ ਲਈ ਤਿਆਰ ਹੋ? ਬਿਲਕੁਲ ਜੀ, ਸਾਡੀ 99% ਜਿਹੜੀ ਮੀਟਿੰਗਸ ਘਰ 'ਚ ਹੀ ਹੁੰਦੀ ਹੈ, ਜਦੋਂ ਰਿਲੈਕਸ ਮੂਡ 'ਚ ਬੰਦਾ ਬੈਠਾ ਕੰਮ ਕਰ ਤੋਂ ਆ ਗਿਆ, ਕਿਉਂਕਿ ਦੋਨੋਂ ਸਪਾਊਸ ਬੈਠੇ ਹੁੰਦੇ ਹੈਗੇ ਆ, ਤੇ ਉੱਥੇ ਜ਼ਿਆਦਾ ਪ੍ਰੈਫਰੈਂਸ ਰਹਿੰਦੀ ਹੈਗੀ ਹੈ। ਕੋਈ ਬੰਦਾ ਜਿੱਦਾਂ ਬੈਚਲਰ, ਵੈਰੀ ਰੇਅਰ ਆਫਿਸ ਮੀਟਿੰਗਸ ਹੁੰਦੀਆਂ। ਠੀਕ ਹੈ ਜੀ, ਠੀਕ ਹੈ। ਬਾਈ ਚਾਂਸ ਉਧਰ ਨੂੰ ਕੋਈ ਆਇਆ ਹੋਵੇ, ਇਹ ਫਲੈਕਸੀਬਿਲਿਟੀ ਜਿਹੜੀ ਆ ਉਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆ ਤੁਹਾਡੇ ਕੰਮ ਕਰਦੀ ਜਾਂ ਨਹੀਂ? ਮੋਸਟਲੀ ਮੀਟਿੰਗਸ ਵੀਕਐਂਡ ਤੇ ਹੁੰਦੀਆਂ। ਮਤਲਬ ਆ ਡੱਬੀਆਂ ਵਾਲਾ ਕੋਡ ਤੁਸੀਂ ਗੱਡੀ 'ਚ ਹੀ ਰੱਖਦੇ ਆ? ਬਿਲਕੁਲ। ਪਤਾ ਨਹੀਂ ਕਿੱਥੇ ਕੋਡ ਪਾ ਕੇ ਜਿਹੜਾ। ਇਸ ਤੋਂ ਇਲਾਵਾ ਮਤਲਬ ਕਿ ਕਈ ਵਾਰੀ ਟੋਰੰਗਾ ਵਗੈਰਾ ਵੀ ਅੱਛਾ ਅਪਾਇੰਟਮੈਂਟਸ ਹੁੰਦੀਆਂ। ਇੰਟਰਸਟਿੰਗ, ਜਿੱਥੇ ਜਿੱਥੇ ਵੀ ਆਪਣੇ ਲੋਕ ਵਸਦੇ ਆ। ਹਾਂਜੀ, ਟੋਰੰਗਾ, ਟੀਪੂਕੀ, ਹੈਮਿਲਟਨ। ਜੀ ਜੀ। ਸ਼ਰਮਾ ਜੀ, ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜਿਹੜਾ ਤੁਹਾਡਾ ਦਫ਼ਤਰ ਆ, ਜੇ ਉੱਥੇ ਕਿਸੇ ਨੇ ਉੱਥੇ ਮਿਲਣ ਆਉਣਾ ਹੋਵੇ, ਤੇ ਫੋਨ ਨੰਬਰ ਤਾਂ ਮੈਂ ਸਕਰੀਨ ਦੇ ਉੱਤੇ ਸਾਂਝੇ ਕਰ ਦਿੱਤੇ ਜੀ, 0211738920, ਜਾਂ ਫਿਰ ਲੈਂਡਲਾਈਨ ਨੰਬਰ ਹੈ ਜੀ 09 ਕੋਡ ਹੈ ਆਕਲੈਂਡ ਦਾ, 6239191 ਦੇ ਉੱਤੇ। ਨੋ ਓਬਲੀਗੇਸ਼ਨ ਜਿਹੜੀ ਐਡਵਾਈਸ ਹੈ, ਬਿਲਕੁਲ ਫ੍ਰੀ ਦੇ ਵਿੱਚ ਜਿਹੜੀ ਪਹਿਲੀ ਐਡਵਾਈਸ ਬਿਲਕੁਲ ਜੀ, ਉਹ ਤੁਹਾਡੇ ਤੋਂ ਮਿਲੇਗੀ। ਤੇ ਜਾਂ ਫਿਰ ਤੁਸੀਂ ਈਮੇਲ ਤੇ ਵੀ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, info@travel360.co.nz। ਸ਼ਰਮਾ ਜੀ, ਆਖਰ ਦੇ ਵਿੱਚ ਸਾਡੇ ਜਿਹੜੇ ਮਿੱਤਰ ਪਿਆਰੇ ਆ, ਉਹਨਾਂ ਨੂੰ ਇਹ ਜ਼ਰੂਰ ਜ਼ੋਰ ਦੇ ਕੇ ਕਹੋ ਵੀ ਇੰਸ਼ੋਰੈਂਸ ਪਾਲਿਸੀ ਖਰੀਦਣੀ ਜਿਹੜੀ ਆ ਉਹ ਕੋਈ ਘਾਟੇ ਦਾ ਸੌਦਾ ਨਹੀਂ। ਆਪਾਂ ਵੈਸੇ ਵੀ ਮੇਰੇ ਵਰਗੇ 3-4 ਕੱਪ ਕੌਫੀ ਦੇ ਪੀ ਜਾਂਦੇ ਸਾਰੀ ਦਿਹਾੜੀ 'ਚ,
ਸੋ $15 ਐਵਰੀ ਡੇ ਜਿਹੜੇ ਉਹਦੇ ਹੀ ਲੱਗ ਜਾਂਦੇ ਆ, ਤਾਂ ਮਹੀਨੇ ਦਾ ਖਰਚਾ ਜਿਹੜੇ ਅਸੀਂ ਦੇਖਦੇ ਹਾਂ ਤਾਂ ਕਾਫੀ ਤਾਂ ਤੱਕ ਚਲਾ ਜਾਂਦਾ। ਮੇਰੇ ਖਿਆਲ ਇੰਸ਼ੋਰੈਂਸ ਪਾਲਿਸੀ ਉਹ ਤੋਂ ਤਾਂ ਸਸਤੀ ਹੀ ਪੈਂਦੀ ਆ। ਬਿਲਕੁਲ ਜੀ, ਬਿਲਕੁਲ। 1,75,000 ਦਾ ਕਲੇਮ ਮਿਲਿਆ 3 ਮਹੀਨੇ ਪਹਿਲੇ ਇੱਕ ਬੰਦੇ ਨੂੰ, ਟਰਾਮਾ ਕਵਰ ਦੇ ਅੰਡਰ ਜੀ। ਤੇ ਮੇਰਾ ਖਿਆਲ ਨਹੀਂ ਕਿ ਉਹਨੇ ਉਹਨਾਂ ਦਿੱਤਾ ਵੀ ਹੋਏਗਾ 2-4-5,000। ਦੇਖੋ, ਅਨਹੋਣੀ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ, ਕਿਸੇ ਟਾਈਪ ਦੀ ਵੀ ਹੋ ਸਕਦੀ। ਲਾਈਫ ਦਾ ਜਿਹੜਾ ਪਿਰਾਮਿਡ ਹੈਗਾ ਨਾ, ਉਹ ਸਾਡੀ ਆਪਣੀ ਲਾਈਫ ਦੇ ਉੱਤੇ ਹੀ ਸਾਰੀਆਂ ਚੀਜ਼ਾਂ ਬੇਸਡ ਹੈਗੀਆਂ। ਜੇ ਹੈਲਥ ਠੀਕ ਨਾ ਰਹੀ ਤੇ ਪ੍ਰੋਬਲਮ ਹੋ ਜਾਂਦੀ ਹੈ। ਤਾਂ ਫਾਈਨੈਂਸ਼ੀਅਲ ਪ੍ਰੋਬਲਮ ਨਾ ਆਏ, ਸਟ੍ਰੈਸ ਘਟ ਜਾਂਦਾ, ਇਸ ਕਰਕੇ ਪੀਸ ਆਫ ਮਾਈਂਡ ਰਹਿੰਦੀ। ਘਰ ਵਾਲੀ ਜਾਂ ਨਿਆਣੇ ਜਿਹੜੇ ਆ ਵਿਚਾਰੇ ਰੁਲਣਗੇ ਨਹੀਂ, ਉਹਨਾਂ ਦੇ ਕੋਲ ਇੱਕ ਜਿਹੜਾ ਫਾਈਨੈਂਸ਼ੀਅਲ ਸਿਕਿਉਰਿਟੀ ਜਿਹੜੀ ਆ ਉਹ ਵੱਜਵੇਂ ਤੌਰ ਦੇ ਉੱਤੇ ਜਿਹੜੀ ਆ ਉਹ ਤੁਸੀਂ ਖੜੀ ਕਰ ਦਿੱਤੀ। ਸੋ ਤੁਹਾਡੇ ਨਾਲ ਜੇ ਸੰਪਰਕ ਕਰਨਾ ਹੋਵੇ, ਮੈਨੂੰ ਪਤਾ ਵੀ ਤੁਸੀਂ ਅੱਜ ਕੱਲ ਜਿਹੜੇ ਵਨ ਮੈਨ ਆਰਮੀ ਆ, ਲੇਕਿਨ ਆਉਣ ਦੇ ਸਮੇਂ ਦੇ ਵਿੱਚ ਅਲੀਸ਼ਾ ਕੱਕੜ ਜੀ ਦੁਬਾਰਾ ਜੁਆਇਨ ਕਰ ਜਾਣਗੇ ਤੁਹਾਨੂੰ। ਹਾਂਜੀ ਜੀ, ਉਹ ਛੁੱਟੀ ਤੇ ਗਏ ਹੋਏ ਨੇ। ਠੀਕ ਹੈ, ਬਟ ਐਨੀ ਟਾਈਮ। ਠੀਕ ਹੈ, ਤੇ ਅਸੀਂ ਲੋਕ ਫਾਰਵਰਡ ਕਰਦੇ ਹਾਂ ਵੀ ਜਿਹੜੇ ਤੁਹਾਡੇ ਨਾਲ ਹੋਰ ਨਵੇਂ ਐਸੋਸੀਏਟਸ ਜੁੜਨੇ ਨੇ, ਹਾਂਜੀ, ਤੇ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਘੇਰਾ ਹੋਰ ਵੀ ਵਿਸ਼ਾਲ ਹੋ ਜਾਏਗਾ। ਬਿਲਕੁਲ ਜੀ, ਬਿਲਕੁਲ। ਐਂਡ ਔਰ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ, ਬੜਾ ਵਾਸਟ ਫੀਲਡ ਹੈਗਾ ਇਹਦੇ ਵਿੱਚ, ਤੇ ਅਸੀਂ ਚਾਹੁੰਦੇ ਹਾਂ ਕਿ ਡਿਫਰੈਂਟ ਫੀਲਡ ਦੇ ਬੰਦੇ ਨਾਲ ਜੁੜਨ, ਸੋ ਦੈਟ ਕਿ ਕਲਾਇੰਟ ਨੂੰ ਇੱਧਰ ਉੱਧਰ ਭਟਕਣਾ ਨਾ ਪਵੇ। ਸੋ ਇੱਕੋ ਛੱਤ ਹੇਠਾਂ ਸਾਰੀਆਂ ਜਿਹੜੀਆਂ ਸਹੂਲਤਾਂ, ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਉੱਥੇ ਕੀਤੀ ਜਾ ਸਕਦੀ ਹੈ। ਬਿਲਕੁਲ ਜੀ, ਬਿਲਕੁਲ। ਬੜੀ ਮਿਹਰਬਾਨੀ ਸ਼ਰਮਾ ਜੀ, ਤੁਸੀਂ ਸਟੂਡੀਓ ਦੇ ਵਿੱਚ ਸਮਾਂ ਕੱਢ ਕੇ ਆਏ ਔਰ ਸਮੇਂ ਤੋਂ ਪਹਿਲਾਂ ਪਹੁੰਚੇ, ਇਸ ਗੱਲ ਦਾ ਬਹੁਤ ਸ਼ੁਕਰੀਆ। ਆਮ ਤੌਰ ਤੇ ਜਿਹੜੇ ਸਾਡੇ ਭਾਰਤੀ ਮੂਲ ਦੇ ਲੋਕ ਆ, ਕਈ ਵਾਰੀ ਇਹਨਾਂ ਮੁਲਕਾਂ 'ਚ ਜਾ ਕੇ ਉਹਨੇ ਡਿਸਿਪਲਿਨਡ ਨਹੀਂ ਹੁੰਦੇ, ਲੇਕਿਨ ਬਹੁਤ ਫਖਰ ਦੇ ਨਾਲ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਹਮੇਸ਼ਾ ਜਿਹੜੀ ਟਾਈਮ ਕੀਪਿੰਗ ਹੈ ਉਹਦਾ ਖਿਆਲ ਰੱਖਦੇ ਹੋ। ਸੋ ਟਰੈਵਲ 360 ਦੀ ਟੀਮ ਵੱਲੋਂ ਅਸ਼ਵਨੀ ਸ਼ਰਮਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਨੂੰ ਤੁਸੀਂ ਬਹੁਤ ਜਲਦੀ NZ ਰੇਡੀਓ ਸਪਾਈਸ YouTube ਚੈਨਲ ਤੇ ਵੀ ਦੇਖ ਸਕੋਗੇ, ਜਿੰਨੀ ਜਲਦੀ ਸਾਡੀ ਟੀਮ ਨੇ ਇਸ ਨੂੰ ਅਪਲੋਡ ਕਰ ਦਿੱਤਾ। ਤੁਹਾਡੇ ਕੋਈ ਵੀ ਸਵਾਲ ਹੋਣ, ਕੋਈ ਵੀ ਫੀਡਬੈਕ ਹੋਵੇ, ਤੇ ਤੁਸੀਂ ਇਸ ਟੀਮ ਦੇ ਨਾਲ ਸਾਂਝੀ ਕਰ ਸਕਦੇ ਹੋ info@travel360.co.nz ਤੇ ਜਾ ਕੇ। ਸ਼ਰਮਾ ਜੀ, ਇਸ ਗੱਲਬਾਤ ਦੇ ਲਈ, ਜਾਣਕਾਰੀ ਦੇ ਲਈ, ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਧੰਨਵਾਦ ਪ੍ਰਵਿੰਦਰ ਜੀ, ਸ਼ੁਕਰੀਆ ਜੀ। ਦੋਸਤੋ, ਇਹ ਸਨ ਵੱਡੇ ਵੀਰ ਅਸ਼ਵਨੀ ਸ਼ਰਮਾ, ਜਿਹੜੇ ਕਿ ਆਪਣੀ ਨੌਲੇਜ ਦੇ ਨਾਲ ਅੱਜ ਇਸ ਵਿਜ਼ਡਮ ਦੇ ਨਾਲ ਸਟੂਡੀਓ 'ਚ ਹਾਜ਼ਰ ਹੋਏ। ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਇਸ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਹਾਜ਼ਰ ਕਰਦੇ ਜਾਈਏ। ਟਰੈਵਲ 360 ਜਿਹੜੇ ਨੇ ਇਹ ਸਾਡੇ ਪ੍ਰਾਊਡ ਸਪਾਂਸਰ ਨੇ, ਔਰ ਲੰਬੇ ਸਮੇਂ ਤੋਂ ਇਹਨਾਂ ਦਾ ਸਹਿਯੋਗ ਜਿਹੜਾ ਉਹ ਕਮਿਊਨਿਟੀ ਦੇ ਵੱਖ-ਵੱਖ ਇਵੈਂਟਸ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਹੈ। ਤੇ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਇਹ ਕਮਿਊਨਿਟੀ ਨੂੰ ਸਹਿਯੋਗ ਦਿੰਦੇ ਨੇ, ਚਾਹੇ ਟੋਰਾਂਗੇ ਦੀ ਗੱਲ ਹੋਵੇ, ਰੋਟਰੂਆ ਦੀ ਗੱਲ ਹੋਵੇ, ਹੈਮਿਲਟਨ ਦੀ ਗੱਲ ਹੋਵੇ ਜਾਂ ਸਾਊਥ ਆਈਲੈਂਡ ਦੀ ਗੱਲ ਹੋਵੇ, ਤੁਸੀਂ ਇਹਨਾਂ ਨੂੰ ਯਾਦ ਕਰੋ ਤੇ ਜ਼ਰੂਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਗੇ। ਲਓ, ਇਹਨਾਂ ਦਾ ਹੀ ਇੱਕ ਸੁਨੇਹਾ ਜਿਹੜਾ ਉਹ ਰੇਡੀਓ ਦੇ ਰਾਹੀਂ ਤੁਹਾਡੇ ਤੱਕ ਹਾਜ਼ਰ ਕਰ ਰਹੇ ਹਾਂ, ਤੇ ਮੈਨੂੰ ਇਸ ਮੁਲਾਕਾਤ ਨੂੰ ਇੱਥੇ ਹੀ ਆਰਜ਼ੀ ਤੌਰ ਤੇ ਖਤਮ ਕਰਨ ਦੀ ਆਗਿਆ ਦਿਓ। Subscribe now and press the bell icon. Never miss an update.